ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਦਾਤੇ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਦਾਸ ਦੀ ਬੜੀ ਪਿਆਰੀ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਪੰਕਤੀ ਤੇ ਪਹਿਰਾ ਦਿੰਦੇ ਆ ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 487 ਦੇ ਉੱਪਰ ਅੰਕਿਤ ਆਸਾ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੇ ਸ਼ਬਦ ਨੇ ਔਰ ਇਹ ਭਗਤ ਰਵਿਦਾਸ ਜੀ ਦਾ ਆਸਾ ਰਾਗ ਦਾ ਆਖਰੀ ਸ਼ਬਦ ਹੈ। ਆਸਾ ਹਰ 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 ਹਰੇ, ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ। ਜਿੱਥੇ ਵੀ ਬੈਠੇ ਰੱਬ ਦੀ ਗੱਲ ਕਰੇ, ਜਿੱਥੇ ਵੀ ਬੈਠੇ ਰੱਬ ਦੇ ਗੁਣਾਂ ਦੀ ਗੱਲ ਕਰੇ, ਹਰ ਸਮੇਂ ਰੱਬ ਦੇ ਉਪਦੇਸ਼ਾਂ ਦੀ ਗੱਲ ਕਰੇ, ਰੱਬ ਨੂੰ ਸਮਰਪਿਤ ਹੋ ਕੇ ਜੀਵਨ ਹੋਵੇ, ਉਹਦੀ ਹਰ ਵੇਲੇ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਹੋਵੇ, ਉਹਦੀ ਦਿਸ਼ਾ ਰੱਬੀ ਮਿਸ਼ਨ ਤੇ ਹੋਵੇ, ਤੇ ਉਹ ਇਸ ਜੀਵਨ ਨੂੰ ਮੈਨੇਜ ਕਰ ਜਾਂਦੇ ਨੇ। ਉਹਨਾਂ ਦਾ ਜੀਵਨ ਬੁਰਾਈਆਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਬੁਰੀਆਂ ਆਦਤਾਂ ਵਿੱਚ ਡੁੱਬਣ ਤੋਂ ਬਚ ਜਾਂਦਾ ਹੈ। ਰਹਾਓ ਇਹ ਸੈਂਟਰਲ ਆਈਡੀਆ ਹੈ। ਹਰ ਕਾ ਨਾਮ ਕਬੀਰ ਉਜਾਗਰ, ਉਜ ਰੱਬੀ ਉਪਦੇਸ਼ ਹੈ। ਗੁਰਬਾਣੀ ਦੇ ਰਚਨਹਾਰਿਆਂ ਨੇ ਰੱਬ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਦੇ ਵਰਤਾਰਿਆਂ ਚੋਂ ਸਮਝਿਆ। ਉਹਨਾਂ ਜ਼ਿੰਦਗੀ ਦੇ ਵਰਤਾਰਿਆਂ ਵਿੱਚੋਂ ਉਦਾਹਰਨਾਂ ਦੇ ਕੇ ਇਸ ਰੱਬੀ ਉਪਦੇਸ਼ ਨੂੰ ਸਮਝਾਇਆ। ਤੇ ਭਗਤ ਰਵਿਦਾਸ ਜੀ ਕਹਿੰਦੇ ਇਸ ਰੱਬੀ ਉਪਦੇਸ਼ ਨੂੰ ਜ਼ਿੰਦਗੀ 'ਚ ਜਿਉਂ ਕੇ ਲੋਕਾਂ ਨੂੰ ਸਮਝਾਉਣ ਕਰਕੇ ਭਗਤ ਕਬੀਰ ਜੀ ਵੀ ਪ੍ਰਸਿੱਧ ਹੋ ਗਏ। ਲੋਕ ਧਰਮ ਦੇ ਕਰਮਾਂ ਵਿੱਚ ਉਲਝੇ ਹੋਏ ਸੀ। ਉਹਨਾਂ ਨੂੰ ਲੱਗਦਾ ਸੀ ਧਰਮ ਦੇ ਕਰਮ ਕਰ ਲਵਾਂਗੇ ਰੱਬ ਖੁਸ਼ ਹੋ ਜਾਏਗਾ। ਭਗਤ ਕਹਿੰਦੇ ਨਹੀਂ, ਰੱਬ ਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਣਾ ਪਵੇਗਾ। ਸੁਭਾਅ ਉਪਦੇਸ਼ ਨੂੰ ਮੰਨਣ ਨਾਲ ਬਦਲਦਾ ਹੈ। ਤੇ ਭਗਤ ਕਬੀਰ ਜੀ ਦੁਨੀਆ ਤੇ ਫੇਮਸ ਹੋਏ। ਉਹਨਾਂ ਭਗਤਾਂ ਦਾ ਜ਼ਿਕਰ ਭਗਤ ਰਵਿਦਾਸ ਜੀ ਕਰ ਰਹੇ ਨੇ। ਕਹਿਣ ਲੱਗੇ ਰੱਬੀ ਉਪਦੇਸ਼ ਨੂੰ ਮੰਨ ਕੇ ਭਗਤ ਕਬੀਰ ਜੀ ਦੁਨੀਆ ਦੇ ਵਿੱਚ, ਭਾਵੇਂ ਉਹਨਾਂ ਨੂੰ ਲੋਕ ਨੀਵੀਂ ਜਾਤੀ ਦਾ ਕਹਿੰਦੇ ਸੀ, ਪਰ ਉਹ ਇੱਕ ਆਈਡੀਅਲ ਆਈਕੋਨ ਬਣ ਗਏ ਦੂਸਰਿਆਂ ਲਈ। ਜਨਮ ਜਨਮ ਕੇ ਕਾਟੇ ਕਾਗਰ, ਆ ਜਿਹੜੇ ਅੰਦਰ ਜਨਮ ਹੁੰਦੇ ਨੇ ਨਾ ਔਗਣਾਂ ਦੇ, ਕਦੀ ਹੰਕਾਰ, ਕਦੀ ਲੋਭ, ਕਦੀ ਵਿਖਾਵਾ, ਕਦੀ ਲੋਕ ਲਾਜ, ਕਦੀ ਨਿੰਦਾ ਰਸ, ਕਦੀ ਚਾਪਲੂਸੀਆਂ, ਕਦੀ ਚੁਗਲੀਆਂ ਦੀ ਆਦਤ। ਇਹ ਜਨਮ ਹੋਣ ਦਾ ਜਿਹੜਾ ਕਾਗਜ਼ ਹੈ ਨਾ, ਉਹ ਸੁਭਾਅ ਹੈ, ਤੇ ਉਹ ਸੁਭਾਅ ਹੀ ਕੱਟਿਆ ਗਿਆ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਵੀ ਰੱਬੀ ਉਪਦੇਸ਼ ਨੂੰ ਮੰਨਿਆ, ਜ਼ਿੰਦਗੀ 'ਚ ਜਿਉਇਆ, ਉਹਨਾਂ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਬਦਲਿਆ, ਕਿਉਂਕਿ ਅੰਦਰੋਂ ਸੁਭਾਅ ਬਦਲ ਗਿਆ। ਹੁਣ ਅੱਗੋਂ ਭਗਤ ਰਵਿਦਾਸ ਜੀ ਕਹਿੰਦੇ ਨਿਮਤ ਨਾਮ ਦਿਓ ਦੁੱਧ ਪਿਆਇਆ। ਭਗਤ ਨਾਮਦੇਵ ਜੀ ਨੇ ਇਹਨਾਂ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਜਿਉਣ ਵਾਸਤੇ ਹੀ, ਉਹ ਜਿਹੜੀ ਕਹਿੰਦੇ ਨੇ ਨਾ ਠਾਕੁਰ ਨੂੰ ਦੁੱਧ ਪਿਲਾਉਣ ਦੀ, ਉਹ ਇੱਕ ਕੌਤਕ ਤਾਈਓ ਵਰਤਾਇਆ ਉਹਨਾਂ ਨੇ। ਉਹਨਾਂ ਨੇ ਆਪਣੇ ਅੰਦਰ ਬੈਠੇ ਹੋਏ ਠਾਕੁਰ, ਉਸ ਨੂੰ ਚੰਗੇ ਗੁਣ ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਰਸ ਦਾ ਦੁੱਧ ਪਿਲਾਇਆ। ਆਖੋ ਵਾਹਿਗੁਰੂ। ਤਾਓ ਜਗ ਜਨਮ ਸੰਕਟ ਨਹੀਂ ਆਇਆ। ਤੇ ਇਹ ਜਿਹੜਾ ਜਗਤ ਦੇ ਵਿੱਚ ਔਗਣਾਂ ਦਾ ਜਨਮ ਹੋਣਾ ਤੇ ਔਗਣਾਂ ਦੇ ਜਨਮ ਵਿੱਚੋਂ ਦੁੱਖ ਨਿਕਲਣਾ, ਸੰਕਟ ਇਹਦੇ ਵਿੱਚੋਂ ਨਹੀਂ ਪਏ। ਜਿਹੜਾ ਔਗਣਾਂ ਤੋਂ ਬਚ ਗਿਆ, ਉਹ ਔਗਣਾਂ ਵਿੱਚੋਂ ਨਿਕਲਣ ਵਾਲੇ ਦੁੱਖਾਂ ਤੋਂ ਵੀ ਬਚ ਗਿਆ। ਜਨ ਰਵਿਦਾਸ ਰਾਮ ਰੰਗ ਰਾਤਾ। ਤੇ ਭਗਤ ਰਵਿਦਾਸ ਜੀ ਕਹਿੰਦੇ ਪਿਆਰਿਓ, ਇਸੇ ਤਰ੍ਹਾਂ ਮੈਂ ਰੱਬ ਦਾ ਚਾਕਰ ਬਣ ਕੇ ਉਹਦੇ ਪਿਆਰ ਵਿੱਚ ਭਿੱਜਿਆ ਹੋਇਆ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਤੇ ਮੈਨੂੰ ਵੀ ਉਹ ਜ਼ਿੰਦਗੀ ਜਿਉਣ ਦਾ ਗੁਰ ਸੰਤ ਜਨਾਂ ਤੋਂ, ਗੁਰੂ ਕੀ ਇਸ
ਰੱਬ ਦੇ ਵਰਤਾਰਿਆਂ ਵਿੱਚੋਂ, ਕੁਦਰਤੀ ਵਰਤਾਰਿਆਂ ਵਿੱਚੋਂ ਉਹ ਜ਼ਿੰਦਗੀ ਜਿਉਣ ਦਾ ਗੁਰ, ਜੋ ਸੱਚਾ ਗਿਆਨ, ਗੁਰ ਉਪਦੇਸ਼ ਸਮਝ ਆਇਆ, ਤਾਂ ਉਸ ਨੂੰ ਜ਼ਿੰਦਗੀ 'ਚ ਜਿਉਂ ਕੇ ਉਸ ਨਰਕ ਵਿੱਚ ਪਿਆ ਹੀ ਨਹੀਂ, ਜਿਹੜੇ ਨਰਕ ਔਗਣਾਂ ਵਿੱਚੋਂ ਨਿਕਲਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਹੁਣ ਅਗਰ ਇੱਥੇ 2 ਸ਼ਬਦ ਨੇ ਭਗਤ ਰਵਿਦਾਸ ਜੀ ਦੇ, ਉਹ ਸੀ 5ਵਾਂ, ਆ ਅਗਲਾ ਹੈ 6ਵਾਂ। ਕਹਿਣ ਲੱਗੇ ਜਿਹੜਾ ਸਰੀਰ ਹੈ ਨਾ, ਇੱਕ ਮਿੱਟੀ ਦਾ ਪੁਤਲਾ ਹੈ, ਤੇ ਅਗਰ ਅੰਦਰ ਜਿਹੜੀ ਰੌਂਗ ਅਟੈਂਸ਼ਨ ਹੈ, ਰਸਾਂ ਕਸਾਂ ਦੀ ਖਿੱਚ ਹੈ, ਇਹ ਮਾਇਆ ਹੈ। ਤੇ ਇਸ ਮਾਇਆ ਦੀ ਖਿੱਚ ਦੇ ਵਿੱਚ ਇਹ ਪੁਤਲਾ ਨੱਚਦਾ ਪਿਆ। ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ ਰਹਾਉ। ਸੈਂਟਰਲ ਆਈਡੀਆ ਹੈ ਸ਼ਬਦ ਦਾ। ਇਹਦਾ ਨੱਚਣਾ ਕੀ ਹੈ? ਇਹ ਹਰ ਵੇਲੇ ਹੰਕਾਰ, ਲੋਭ, ਲਾਲਚ, ਦੁਨਿਆਵੀ ਪ੍ਰਾਪਤੀਆਂ ਦੀ ਹੀ ਗੱਲ ਉਸੇ ਨੂੰ ਹੀ ਲੱਭਦਾ, ਕਿੱਥੋਂ ਮਿਲੇ, ਕਿੱਦਾਂ ਮੈਂ ਦੂਸਰਿਆਂ ਤੇ ਪ੍ਰਭਾਵ ਪਾਵਾਂ, ਕਿਵੇਂ ਮੈਂ ਦੁਨੀਆ ਨੂੰ ਖੁਸ਼ ਕਰਾਂ, ਕਿਵੇਂ ਮੇਰੀ ਹੰਕਾਰ ਨੂੰ ਰਸ ਮਿਲੇ, ਕਿੱਦਾਂ ਮੇਰਾ ਲੋਭ ਸਵਾਰਥ ਪੂਰਾ ਹੋਵੇ। ਇਹ ਦੇਖਦਾ ਰਹਿੰਦਾ, ਲੱਭਦਾ ਰਹਿੰਦਾ, ਤੇ ਇਸੇ ਬਾਰੇ ਹੀ ਸੁਣਦਾ ਹੈ, ਇਸੇ ਬਾਰੇ ਗੱਲਾਂ ਕਰਦਾ ਹੈ। ਦੇਖੋ ਇਹ ਪੁਤਲਾ ਕਿਵੇਂ ਨੱਚਦਾ ਹੈ। ਜਬ ਕੱਛ ਪਾਵੈ ਤਬ ਗਰਭ ਕਰਤ ਹੈ। ਜਦੋਂ ਫਿਰ ਇਹਦਾ ਸਵਾਰਥ ਪੂਰਾ ਹੁੰਦਾ ਹੈ, ਇਹਨੂੰ ਕੋਈ ਰਸ ਮਿਲਦਾ ਹੈ, ਬੜਾ ਇਹ ਗੁਮਾਨ ਕਰਦਾ, ਹੰਕਾਰ ਕਰਦਾ ਹੈ। ਮਾਇਆ ਗਈ ਤਬ ਰੋਬਨ ਲਗਤ ਹੈ। ਉਹ ਜਿਹੜੀ ਰੌਂਗ ਅਟੈਂਸ਼ਨ ਹੈ ਨਾ, ਉਹਦੇ ਵਿੱਚੋਂ ਜੋ ਪ੍ਰਾਪਤ ਕਰਦਾ ਹੈ, ਹੰਕਾਰ ਕਰਦਾ ਹੈ, ਤੇ ਜਦੋਂ ਇਹਨੂੰ ਗਵਾਚ ਜਾਂਦੀ ਹੈ ਉਹ ਚੀਜ਼, ਫਿਰ ਹੁੰਦਾ ਹੈ, ਦੁਖੀ ਹੁੰਦਾ ਹੈ, ਨਾ ਸੰਤੁਸ਼ਟ ਹੁੰਦਾ ਹੈ। ਕਿਵੇਂ ਸਾਰੀ ਜ਼ਿੰਦਗੀ ਇੱਕ ਝੂਠੀ ਜੀ ਜ਼ਿੰਦਗੀ ਜਿਉਂ ਕੇ ਇਹ ਮਾਇਆ ਦਾ ਪੁਤਲਾ ਨੱਚਦਾ ਪਿਆ। ਮਨ ਬਚ ਕਰਮ ਰਸ ਕਾ ਸਹਿ ਲੁਭਾਨਾ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਇਹ ਰਸਾਂ ਕਸਾਂ ਦੇ ਵਿੱਚ ਲੋਭੀ ਹੋ ਗਿਆ। ਮਨ ਕਰਕੇ ਲੋਭੀ ਹੋਣ ਦੇ ਅਰਥ ਹੈ ਇਹਦੇ ਅੰਦਰ ਵਿਚਾਰ ਚੱਲਦੇ ਨੇ ਉਹਨਾਂ ਰਸਾਂ ਬਾਰੇ। ਇਹ ਜਿੱਥੇ ਬੈਠਦਾ ਹੈ, ਬੋਲ ਡਿਸਕਸ ਉਸ ਤਰ੍ਹਾਂ ਦੀ ਕਰਦਾ ਹੈ, ਉਹ ਰਸ ਅੰਦਰ ਹੋਰ ਖਿੱਚ ਵੱਧਦੀ ਹੈ, ਤੇ ਫਿਰ ਉਹਦੇ ਲਈ ਕਰਮ ਕਰਦਾ ਹੈ। ਉਸ ਲੋਭ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਬਿਨਸ ਗਿਆ ਜਾਏ ਕਾਹੂ ਸਮਾਨਾ। ਅੰਦਰੋਂ ਇਹਦੇ ਗੁਣਾਂ ਦੀ ਗੰਠੜੀ ਗਵਾਚ ਗਈ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਇਹ ਔਗਣਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਉੱਥੇ ਜਾ ਬਿਠਾਇਆ ਇਹਨੇ, ਜਿੱਥੋਂ ਇਹਨੂੰ ਨਿਕਲਣ ਨੂੰ ਰਾਹ ਹੀ ਨਹੀਂ ਕੋਈ ਲੱਭਦਾ। ਕਿਸ ਜ਼ਿੰਦਗੀ ਦੇ ਕਿਸ ਪੱਖ ਵਿੱਚ ਇਹ ਫਸ ਗਿਆ? ਜਾਏ ਕਾਹੂ ਸਮਾਨਾ। ਇਹਦੀ ਦਿਸ਼ਾ ਕਿੱਧਰ ਨੂੰ ਤੁਰ ਪਈ? ਕਹਿ ਰਵਿਦਾਸ ਬਾਜੀ ਜਗ ਭਾਈ। ਭਗਤ ਰਵਿਦਾਸ ਜੀ ਕਹਿੰਦੇ, ਭਾਈ ਇਹ ਜ਼ਿੰਦਗੀ ਇੱਕ ਬਾਜੀਗਰ ਦਾ ਖੇਲ ਹੈ। ਲੋਕ ਇਸ ਖੇਲ ਦੇ ਵਿੱਚ ਜ਼ਿੰਦਗੀ ਦੀ ਬਾਜੀ ਹਾਰ ਰਹੇ ਨੇ। ਬਾਜੀਗਰ ਸਿਉ ਮੋਹਿ ਪ੍ਰੀਤ ਬਨ ਆਈ। ਕਹਿੰਦੇ ਮੈਨੂੰ ਤਾਂ ਉਹ ਜਿਸ ਰੱਬ ਨੇ ਇਹ ਬਾਜੀਗਰੀ ਦੀ ਖੇਲ ਬਣਾਈ ਹੈ ਨਾ, ਮੈਨੂੰ ਤਾਂ ਮਹਿਸੂਸ ਹੁੰਦਾ ਉਹ ਅਸਲੀ ਬਾਜੀਗਰ ਆਪ ਹੈ, ਤੇ ਮੇਰੀ ਤਾਂ ਉਸ ਰੱਬ ਦੇ ਨਾਲ ਪ੍ਰੀਤ ਬਣ ਗਈ। ਆਖੋ ਵਾਹਿਗੁਰੂ। ਪਹਿਲਾਂ ਭਗਤ ਕਬੀਰ ਜੀ ਦੇ ਸ਼ਬਦ ਸਨ, ਫਿਰ ਭਗਤ ਨਾਮਦੇਵ ਜੀ ਦੇ ਸ਼ਬਦ ਸਨ, ਫਿਰ ਭਗਤ ਰਵਿਦਾਸ ਜੀ ਦੇ ਸ਼ਬਦ ਸਨ। ਹੁਣ ਅੱਗੋਂ ਜਿਹੜੇ ਸ਼ਬਦ ਨੇ, 2 ਸ਼ਬਦ, ਇਹ ਭਗਤ ਧੰਨਾ ਜੀ ਦੇ ਨੇ। ਵੈਸੇ ਇੱਕ ਸ਼ਬਦ ਭਗਤ ਧੰਨਾ ਜੀ ਦਾ, ਅਗਲਾ ਜਿਹੜਾ ਸ਼ਬਦ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ। ਪਰ ਉਸ ਵਿਚਾਰਧਾਰਾ ਨੂੰ ਕਿਤੇ ਉਹ ਵਿਚਾਰਧਾਰਾ ਬਾਕੀ ਮਤਾਂ ਦੇ ਵਿੱਚ ਰਲ ਗੱਡ ਨਾ ਹੋ ਜਾਵੇ, ਗੁਰਮਤ ਦੀ ਗੱਲ ਸਮਝ ਆ ਜਾਵੇ, ਇਸ ਲਈ ਅਗਲਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਪਣਾ ਹੈ। ਆਸਾ ਬਾਣੀ ਭਗਤ ਧੰਨੇ ਜੀ ਕੀ। ਇਹ ਆਸਾ ਰਾਗ ਦੇ ਵਿੱਚ ਅੱਗੋਂ ਭਗਤ ਧੰਨਾ ਜੀ ਦੀ ਉਚਾਰਨ ਕੀਤੀ ਬਾਣੀ ਸ਼ੁਰੂ ਹੋ ਰਹੀ ਹੈ। ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਸਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸੱਚਾ ਗਿਆਨ ਹੈ ਰੱਬ ਦਾ, ਹਰ ਵਰਤਾਰੇ ਵਿੱਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਅਸੀਂ ਇਸ ਸੋਚ ਨਾਲ ਪੜ੍ਹਾਂ ਸੁਣਾਂਗੇ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ, ਦੱਸ ਕੀ ਰਹੇ ਨੇ, ਉਹ ਜੋ ਦੱਸ ਰਹੇ ਨੇ ਉਹ ਸੱਚਾ ਗਿਆਨ ਹੈ। ਉਹ ਸੱਚਾ ਗਿਆਨ ਮੰਨਾਂਗੇ ਤਾਂ ਉਹ ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਉਹ ਸਤਿਗੁਰ ਸਰੂਪ ਹੈ। ਤੇ ਫਿਰ ਰੱਬ ਦੀ ਹੋਂਦ ਮਹਿਸੂਸ ਹੁੰਦੀ ਹੈ। ਇੱਕ ਓੰਕਾਰ, ਉਹ ਸ਼ਕਤੀਆਂ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ ਹਰ ਥਾਂ ਤੇ ਸਮਾਏ ਹੋਏ ਨੇ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਇਹਨੂੰ ਸਮਝਿਓ, ਜਨਮਾਂ ਵਿੱਚ ਭਰਮਣਾ ਕੀ ਹੈ? ਸਾਡੇ ਅੰਦਰ ਜਦੋਂ ਔਗਣ ਜਨਮ ਲੈਂਦੇ ਨੇ, ਤੇ ਉਹ ਔਗਣ ਇਹ ਮਨ ਕਰਦਾ ਹੈ, ਤੇ ਉਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ, ਤੇ ਇਹ ਜੀਵਨ ਹੀ ਇਹਦੇ ਕੋਲੇ ਵੱਖਰਾ ਆ ਗਿਆ।
ਉਹ ਨਿਮਰਤਾ ਵਾਲਾ ਜੀਵਨ ਗਵਾਚ ਗਿਆ, ਹੰਕਾਰੀ ਜੀਵਨ ਆ ਗਿਆ। ਫਿਰ ਇਹਦੇ ਅੰਦਰ ਲੋਭ ਦਾ ਜਨਮ ਹੋ ਗਿਆ। ਲੋਭ ਦਾ ਜਨਮ ਹੋਣ ਕਰਕੇ ਉਹ ਲੋਭ ਲਾਲਚ ਦੇ ਵਿੱਚ ਕਰਮ ਕਰਦਾ ਹੈ ਤੇ ਲੋਭੀ ਬਣ ਜਾਂਦਾ ਹੈ, ਅੰਦਰੋਂ ਸਹਿਨਸ਼ੀਲਤਾ ਵਾਲਾ ਜਨਮ ਮਰ ਗਿਆ, ਇਹ ਲੋਭੀ ਜੀਵਨ ਜਨਮ ਲੈ ਲਿਆ। ਇਸ ਤਰ੍ਹਾਂ ਦੇ ਅਣਗਿਣਤ ਜਨਮ ਇਹ ਮਨੁੱਖ ਦਾ ਮਨ ਭੁਗਤਦਾ ਹੈ। ਇਹ ਨਾ ਤਾਂ ਤਨ ਕਰਕੇ, ਨਾ ਮਨ ਕਰਕੇ, ਤੇ ਨਾ ਦੁਨਿਆਵੀ ਪ੍ਰਾਪਤੀਆਂ ਕਰਕੇ ਇਹਦੇ ਅੰਦਰ ਧੀਰਜ ਹੀ ਨਹੀਂ ਆਉਂਦਾ। ਭੱਜਿਆ ਫਿਰਦਾ, ਅੰਨੀ ਦੌੜ, ਦਿਸ਼ਾ ਹੀ ਨਹੀਂ ਪਤਾ, ਮੇਰਾ ਜੀਵਨ, ਮੇਰੇ ਘਰ ਦਾ ਮਾਹੌਲ, ਸਮਾਜ ਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ। ਲਾਲਚ, ਬਿਖ, ਕਾਮ, ਲੁਬਧ, ਰਾਤਾ, ਮਨ ਬਿਸਰੇ ਪ੍ਰਭ ਹੀਰੇ, ਲੋਭ ਦੇ ਵਿੱਚ, ਵਿਕਾਰਾਂ ਦੀ ਜ਼ਹਿਰ ਦੇ ਵਿੱਚ, ਕਾਮ ਵਾਸ਼ਨਾਵਾਂ ਦੇ ਵਿੱਚ ਇਤਨਾ ਲੁਭਾਏਮਾਨ ਹੋ ਕੇ ਇਹ ਮਨ ਉਸ ਰਸਾਂ ਕਸਾਂ ਵਿੱਚ ਉਲਝ ਜਾਂਦਾ ਹੈ। ਪ੍ਰਭੂ ਹੀਰਾ ਭੁੱਲ ਜਾਂਦਾ ਹੈ ਇਸ ਨੂੰ। ਉਹ ਰੱਬ ਦੇ ਉਪਦੇਸ਼, ਰਤਨ ਨੇ ਹੀਰਾ ਹੈ, ਉਸ ਨੂੰ ਭੁੱਲ ਜਾਂਦਾ ਹੈ। ਪ੍ਰਭ ਹੀਰੇ ਦੇ ਅਰਥ ਹੈ ਰੱਬੀ ਉਪਦੇਸ਼, ਰਹਾਉ, ਸੈਂਟਰਲ ਆਈਡੀਆ ਹੈ ਸ਼ਬਦ ਦਾ। ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਐ ਮਨਾ ਤੂੰ ਪਾਗਲ ਹੈ ਮਨ ਬੋਰੇ। ਤੂੰ ਚੰਗੀ ਵਿਚਾਰ ਨਹੀਂ ਜਾਣੀ, ਚੰਗੀ ਵਿਚਾਰ ਨਾਲ ਸਾਂਝ ਨਹੀਂ ਪਾਈ, ਚਾਰ ਵਿਚਾਰ ਨਾ ਜਾਣਿਆ, ਚਾਰ ਸੁੰਦਰ ਸੋਹਣੀ ਵਿਚਾਰ ਉਹਨੂੰ ਜਾਣਿਆ ਨਹੀਂ, ਸਾਂਝ ਨਹੀਂ ਪਾਈ, ਤੇ ਤੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਪੰਜ ਵਿਕਾਰਾਂ ਰੂਪੀ ਜ਼ਹਿਰ ਦੇ ਉਸ ਨੂੰ ਮਿੱਠੇ ਫਲ ਮੰਨ ਕੇ ਤੂੰ ਮਨਾ ਉਹਦੇ ਚ ਉਲਝਿਆ ਹੋਇਆ। ਬਿਖ ਫਲ ਮੀਠ ਲੱਗੇ, ਇਹ ਤਾਂ ਜ਼ਹਿਰ ਭਰੇ ਨੇ, ਇਹਨੇ ਜ਼ਿੰਦਗੀ ਚ ਦੁੱਖ ਦੇਣਾ, ਤੈਨੂੰ ਮਿੱਠੇ ਲੱਗੇ ਮਨਾ, ਤੂੰ ਉਲਝ ਗਿਆ। ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨੇ ਆ। ਉਹ ਗੁਣਾਂ ਦੀ ਬਜਾਏ ਅਨਭਾਂਤੀ ਹੋਰ ਪਾਸੇ ਦੀ ਪ੍ਰੀਤ ਵੱਧ ਗਈ ਤੇਰੇ ਅੰਦਰ। ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਹੋਰ ਪਾਸੇ ਉਲਝ ਗਿਆ ਅੰਦਰ। ਫਿਰ ਗੁਣਾਂ ਦੀ ਮੌਤ ਹੋ ਜਾਣੀ, ਔਗੁਣਾਂ ਦਾ ਜਨਮ ਹੋ ਜਾਣਾ। ਇਹ ਜਨਮ ਮਰਨ ਤੇਰੇ ਅੰਦਰ ਤਾਣਾ ਤਣਿਆ ਗਿਆ। ਇਸ ਬੁਣੇ ਹੋਏ ਤਾਣੇ ਵਿੱਚ ਤੂੰ ਉਲਝਿਆ ਹੋਇਆ ਜੀਵਨ ਜਿਉ ਰਿਹਾ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਫੰਦ ਪਰੇ। ਤੈਨੂੰ ਰੱਬ ਦੇ ਨਾਲ ਜੁੜਨ ਦੀ, ਹਿਰਦੇ ਦੇ ਵਿੱਚੋਂ ਉਹਦੀ ਯਾਦ ਵਿੱਚ ਉਹਨੂੰ ਸਰੈਂਡਰ ਹੋ ਕੇ, ਡੈਡੀਕੇਟਡ ਹੋ ਕੇ, ਸਮਰਪਿਤ ਹੋ ਕੇ, ਆਤਮ ਸਮਰਪਿਤ ਭਾਵਨਾ ਨਾਲ ਜੀਵਨ ਜੁਗਤ ਤੂੰ ਸਮਝੀ ਨਹੀਂ। ਉਹ ਹਿਰਦੇ ਵਿੱਚ ਵਸਦਾ, ਅੰਦਰ ਵਸਦਾ, ਪਰ ਤੇਰੇ ਅੰਦਰ ਨਹੀਂ ਵਸਿਆ ਉਹ। ਤੇ ਤੂੰ ਈਰਖਾ ਦੇ ਜਲ ਵਿੱਚ, ਨਫ਼ਰਤ ਸਾੜਾਂ ਦੇ ਜਲ ਵਿੱਚ, ਤੇ ਇਹਨਾਂ ਵਿਕਾਰਾਂ ਦੇ ਰੂਪੀ ਜਮਦੂਤਾਂ ਦੇ ਜਾਲ ਵਿੱਚ ਫਸ ਗਿਆ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ। ਅੰਦਰ ਵਿਕਾਰਾਂ ਦੇ ਰਸਾਂ ਦੇ ਐਸੇ ਪਿਆਰਿਆ ਫਲ, ਤੇ ਉਹਨਾਂ ਫਲਾਂ ਦੇ ਰਸਾਂ ਵਿੱਚ ਤੂੰ ਉਲਝ ਗਿਆ, ਪਰਮ ਪੁਰਖ ਪ੍ਰਭੂ ਤੇਰੇ ਮਨ ਚੋਂ ਬਿਸਰ ਗਿਆ। ਗਿਆਨ ਪਰਵੇਸ਼ ਗੁਰਹਿ ਧਨ ਦੀਆ, ਨਿਧਾਨ ਧਿਆਨ ਮਾਨ ਮਨ ਏਕਮਏ। ਉਹ ਜੋ ਸੱਚਾ ਗਿਆਨ ਹੈ, ਜਿਹਨੇ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਹੈ, ਉਸ ਗੁਰ ਸਰੂਪ ਨੇ, ਉਹ ਰੱਬ ਦਾ ਵੀ ਗੁਰ ਸਰੂਪ ਹੈ, ਗੁਰੂ ਦਾ ਵੀ ਗੁਰ ਸਰੂਪ ਹੈ, ਤੇ ਇਹ ਸਿੱਖ ਦਾ ਵੀ ਗੁਰ ਸਰੂਪ ਹੈ। ਇਸ ਲਈ ਸ਼ਾਇਦ ਗੁਰੂ ਕਲਗੀਧਰ ਪਾਤਸ਼ਾਹ ਨਾਲ ਸੰਬੰਧਿਤ ਜਿਹੜੀ ਇਹ ਗੱਲ ਸੁਣਾਈ ਜਾਂਦੀ ਹੈ ਕਿ ਉਹ ਕਹਿੰਦੇ ਮੋਹ ਮੈਂ, ਤਾਸ ਮੈਂ, ਵੀ ਮੇਰੇ ਚ ਤੇ ਰੱਬ ਚ ਤੇ ਸਿੱਖਾਂ ਚ ਫਰਕ ਨਹੀਂ। ਆਖੋ ਵਾਹਿਗੁਰੂ। ਉਸ ਗੁਰ ਸਰੂਪ ਨੇ ਮੈਨੂੰ ਗੁਣਾਂ ਦਾ ਧਨ ਦਿੱਤਾ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਧਨ ਦਿੱਤਾ, ਰੱਬੀ ਉਪਦੇਸ਼ ਦਾ ਧਨ ਦੇ ਦਿੱਤਾ। ਉਹਦੇ ਚ ਮੇਰਾ ਮਨ ਮੰਨ ਗਿਆ, ਬਸ ਉਹ ਇੱਕੋ ਇੱਕ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਗਿਆ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਜਦੋਂ ਇਹ ਪ੍ਰੇਮ ਦੀ ਭਗਤੀ ਮਿਲ ਗਈ ਨਾ, ਮਨ ਮੰਨ ਗਿਆ, ਅੰਦਰ ਸੰਤੁਸ਼ਟੀ ਵਿੱਚ ਜਿਉਣਾ ਸਿੱਖ ਗਿਆ। ਸੰਤੁਸ਼ਟੀ ਸ਼ੁਕਰਾਨੇ ਦਾ ਆਤਮਿਕ ਸੁੱਖ ਮਿਲਿਆ, ਤੇ ਮਨ ਸਬਰ ਸੰਤੋਖ ਵਿੱਚ ਆ ਗਿਆ, ਤ੍ਰਿਪਤ ਅਗਾਨੇ। ਫਿਰ ਉਹ ਬੁਰੀਆਂ ਆਦਤਾਂ ਤੋਂ ਮੁਕਤ ਹੋ ਗਿਆ, ਮੁਕਤ ਪਏ। ਜੋਤ ਸਮਾਏ ਸਮਾਨੀ ਜਾ ਕੈ, ਅਸ਼ਾਲੀ ਪ੍ਰਭ ਪਹਿਚਾਨਿਆ। ਉਹ ਜੋਤ ਉਸ ਵਿੱਚ ਸਮਾ ਗਈ, ਜਿਹੜਾ ਪ੍ਰਭੂ, ਇਹ ਮਾਇਆ ਦੀ ਰੋਂਗ ਅਟੈਂਸ਼ਨ ਨਾਲ ਛਲਿਆ ਨਹੀਂ ਜਾ ਸਕਦਾ। ਅਸ਼ਲੀ ਪ੍ਰਭੂ, ਉਹਨੂੰ ਪਹਿਚਾਨ ਲਿਆ, ਭਾਵ ਸਾਂਝ ਪਾ ਲਈ ਮੈਂ। ਧੰਨੈ ਧਨ ਪਾਇਆ ਧਰਣੀ ਤਰ, ਮਿਲ ਜਾਣ ਸੰਤ ਸਮਾਨਿਆ। ਇਸ ਤਰੀਕੇ ਨਾਲ ਭਗਤ ਧੰਨਾ ਜੀ ਨੇ ਜਦੋਂ ਰੱਬੀ ਉਪਦੇਸ਼ ਤੇ ਰੱਬ ਦੇ ਗੁਣਾਂ ਦਾ ਧਨ ਪਾ ਲਿਆ, ਸੰਤ ਜਨਾਂ ਨੂੰ ਮਿਲ ਕੇ
ਸੰਗਤ ਕਰਕੇ, ਸੰਗਤ ਵਿੱਚੋਂ ਸਿੱਖ ਕੇ ਜੀਵਨ ਬਦਲ ਗਿਆ ਤੇ ਉਹ ਜੀਵਨ ਬਦਲਣ ਕਰਕੇ ਭਗਤ ਬਣ ਕੇ ਦੁਨੀਆ ਤੇ ਪ੍ਰਸਿੱਧ ਹੋ ਗਏ। ਆਖੋ ਵਾਹਿਗੁਰੂ। ਹੁਣ ਭਗਤ ਧੰਨਾ ਜੀ ਤਾਂ ਇਸ ਤਰੀਕੇ ਨਾਲ ਦੱਸ ਰਹੇ ਨੇ ਕਿ ਸੰਗਤ ਦੇ ਵਿੱਚੋਂ, ਸੰਤ ਜਨਾਂ ਵਿੱਚੋਂ ਮੈਨੂੰ ਸੱਚਾ ਗਿਆਨ ਮਿਲਿਆ, ਗੁਣ ਆਏ ਤੇ ਮੈਂ ਭਾਗਾਂ ਵਾਲਾ ਬਣ ਗਿਆ, ਧੰਨਾ ਧਨ ਪਾਇਆ ਧਰਣੀ ਧਰ, ਤੇ ਉਸ ਪ੍ਰਮਾਤਮਾ ਨੂੰ ਮੈਂ ਪਾ ਲਿਆ। ਪਰ ਲੋਕਾਂ ਨੇ ਭਗਤ ਧੰਨਾ ਜੀ ਦੇ ਨਾਲ ਸਾਖੀਆਂ ਜੋੜ ਦਿੱਤੀਆਂ। ਉਹ ਵੱਖ-ਵੱਖ ਸਾਖੀਆਂ, ਇੱਕ ਕਾਫੀ ਉਹਦੇ ਵਿੱਚ ਹਿੰਦੂਇਜ਼ਮ ਦੀ ਪਾਨ ਵੀ ਚੜਾ ਦਿੱਤੀ। ਹੁਣ ਉਸ ਚੀਜ਼ ਦਾ ਨਿਖੇੜਾ ਕਰਨ ਵਾਸਤੇ, ਅਸਲੀ ਗੁਰਮਤ ਦਾ ਤੱਤ ਸਮਝਾਉਣ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਗੇ ਆਪਣਾ ਸ਼ਲੋਕ ਲਿਖ ਦਿੱਤਾ। ਇੱਥੇ ਕਿਉਂਕਿ ਭਗਤ ਧੰਨਾ ਜੀ ਦੀ ਬਾਣੀ ਚੱਲ ਰਹੀ ਹੈ, ਆਪਣਾ ਸ਼ਬਦ ਗੱਲ ਨੂੰ ਨਿਖੇਰਨ ਵਾਸਤੇ ਲਿਖ ਦਿੱਤਾ ਹੈ, ਪਰ ਅਖੀਰ ਤੇ ਕਾਪੀਰਾਈਟ ਨਹੀਂ ਮਾਰਿਆ, ਅਖੀਰ ਤੇ ਧੰਨਾ ਸ਼ਬਦ ਹੀ ਵਰਤਿਆ। ਆਓ ਸਿੱਖੀਏ ਭਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸਾਰੇ ਵਰਤਾਰੇ ਨੂੰ ਕਿਵੇਂ ਕਹਿ ਰਹੇ ਨੇ। ਸਾਖੀਆਂ ਕਹਿੰਦੀਆਂ ਉਹਨਾਂ ਨੇ ਪੱਥਰ ਚੋਂ ਪਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਭਗਤ ਧੰਨਾ ਜੀ ਕਹਿੰਦੇ ਮੈਂ ਸਤਸੰਗਤ ਵਿੱਚੋਂ, ਸੱਚੇ ਗਿਆਨ ਵਿੱਚੋਂ, ਗੁਣਾਂ ਵਿੱਚੋਂ ਪਾਇਆ, ਖੁਦ ਕਹਿ ਰਹੇ ਨੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿ ਰਹੇ ਨੇ, ਕਹਿੰਦੇ ਭਾਈ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਕਹਿੰਦੇ ਜਦੋਂ ਭਗਤ ਨਾਮਦੇਵ ਜੀ, ਜਿਨ੍ਹਾਂ ਨੇ ਰੱਬ ਦੇ ਪਿਆਰ ਵਿੱਚ ਉਹਨਾਂ ਦਾ ਮਨ ਭਿੱਜ ਗਿਆ ਤੇ ਉਹ ਲੀਨ ਹੋ ਕੇ ਰੱਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਇਆ ਨਾ, ਉਹਨਾਂ ਨੇ ਆਢ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ ਰਹਾਓ, ਸੈਂਟਰਲ ਆਈਡੀਆ ਸ਼ਬਦ ਦਾ। ਕਹਿੰਦੇ ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ ਦਾ, ਅੱਧੀ ਕੌਡੀ ਦਾ ਛਿੰਬਾ ਕਹਿ ਕਹਿ ਕੇ ਪੁਕਾਰਦੇ ਸੀ, ਉਹਨਾਂ ਦਾ ਜੀਵਨ ਲਖੀਣਾ ਇਤਨਾ ਮਹੱਤਵਪੂਰਨ ਹੋ ਗਿਆ, ਲੋਕ ਉਹਨਾਂ ਨੂੰ ਸੰਤ ਮਹਾਂਪੁਰਸ਼ ਕਹਿ ਕੇ, ਗੁਰੂ ਕਹਿ ਕੇ, ਉਹਨਾਂ ਦੇ ਬਚਨਾਂ ਤੋਂ ਜੀਵਨ ਜੁਗਤ ਲੈਣ ਲੱਗ ਪਏ। ਉਹ ਜੀਵਨ ਕਿੰਨਾ ਕੀਮਤੀ, ਪੂਜਨਯੋਗ ਹੋ ਗਿਆ। ਆਪਾਂ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਤੇ ਅਸੀਂ ਭਗਤਾਂ ਨੂੰ ਵੀ ਮੱਥਾ ਟੇਕਦੇ ਹਾਂ, ਉਹਨਾਂ ਦੀ ਵੀ ਬਾਣੀ ਹੈ। ਹੁਣ ਅੱਗੋਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ, ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਭਗਤ ਕਬੀਰ ਜੀ ਜਿਹੜੇ ਤਾਣਾ ਬਾਣਾ ਬੁਣਦੇ ਸੀ, ਇੱਥੇ ਗੱਲ ਯਾਦ ਰੱਖਿਓ, ਇੱਕ ਹੁੰਦਾ ਕਾਰੋਬਾਰ ਕਰਨਾ, ਇੱਕ ਹੁੰਦਾ ਕਾਰੋਬਾਰ ਕਰਦਿਆਂ ਪੈਸੇ ਦਾ ਹੀ ਪੀਰ ਬਣ ਜਾਣਾ, ਅੰਨੀ ਦੌੜ ਲਾ ਦੇਣੀ, ਪਰਿਵਾਰ ਨੂੰ, ਬੱਚਿਆਂ ਨੂੰ ਧਿਆਨ ਹੀ ਨਾ ਦੇਣਾ, ਸਮਰਪਿਤ ਹੀ ਪੈਸੇ ਨੂੰ ਹੋ ਜਾਣਾ, ਕਾਰੋਬਾਰ ਨੂੰ ਹੋ ਜਾਣਾ। ਉਹ ਫਿਰ ਜ਼ਿੰਦਗੀ ਉਲਝ ਗਈ ਹੈ। ਇੱਕ ਹੁੰਦਾ ਬੈਲੈਂਸ ਬਣਾ ਕੇ ਰੱਖਣਾ, ਕਾਰੋਬਾਰ ਵੀ ਕਰਨਾ, ਪਰਿਵਾਰ ਵੀ ਸੰਭਾਲਣਾ, ਬੱਚਿਆਂ ਨੂੰ ਵੀ ਸੰਸਕਾਰ ਦੇਣੇ ਨੇ, ਘਰ ਵਿੱਚ ਏਕਤਾ ਵੀ ਬਣਾ ਕੇ ਰੱਖਣੀ ਹੈ। ਇਸ ਤਰ੍ਹਾਂ ਭਗਤ ਕਬੀਰ ਜੀ ਨੇ ਤਨਣਾ ਬੁਣਨਾ ਜਿਹੜਾ ਸੀ ਨਾ, ਉਹਨਾਂ ਦਾ ਤਾਣਾ ਬਾਣਾ, ਉਹਦੇ ਵਿੱਚ ਹੀ ਨਹੀਂ ਉਲਝੇ ਉਹ। ਉਹਨਾਂ ਨੇ ਰੱਬ ਦੇ ਚਰਨਾਂ ਦੇ ਨਾਲ ਪ੍ਰੀਤ ਬਣਾਈ। ਰੱਬ ਦੇ ਚਰਨ ਰੱਬ ਦੇ ਉਪਦੇਸ਼ ਨੇ ਤੇ ਰੱਬ ਦੇ ਗੁਣ ਨੇ। ਉਹਨਾਂ ਰੱਬੀ ਉਪਦੇਸ਼ ਨੂੰ ਸਮਝਿਆ, ਵਰਤਾਰਿਆਂ ਵਿੱਚੋਂ, ਸੰਗਤ ਵਿੱਚੋਂ ਉਹਨੂੰ ਜ਼ਿੰਦਗੀ ਜਿਉਇਆ, ਉਹਨਾਂ ਗੁਣਾਂ ਦੇ ਵਰਤਾਰਿਆਂ ਨੂੰ ਸਮਝਿਆ ਤੇ ਇਸ ਨੂੰ ਵੰਡਿਆ, ਤੇ ਉਹ ਭਗਤ ਕਬੀਰ ਜੀ ਦੁਨੀਆ ਤੇ ਪ੍ਰਸਿੱਧ ਹੋ ਗਏ। ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ। ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਜੁਲਾਹਾ ਕਹਿੰਦੇ ਸੀ, ਉਹ ਗੁਣਾਂ ਦੇ ਖਜ਼ਾਨੇ ਬਣ ਗਏ। ਉਹਨਾਂ ਨੇ ਲੋਕਾਂ ਨੂੰ ਗੁਣ ਵੰਡੇ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਭਗਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਣ ਤੀਸਰੇ ਭਗਤ ਦਾ ਜ਼ਿਕਰ ਕਰ ਰਹੇ ਨੇ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੱਸ ਰਹੇ ਨੇ। ਪਹਿਲਾਂ ਭਗਤ ਨਾਮਦੇਵ ਜੀ ਦੇ ਬਾਰੇ ਕਹਿ ਦਿੱਤਾ, ਫਿਰ ਭਗਤ ਕਬੀਰ ਜੀ ਬਾਰੇ ਕਹਿ ਦਿੱਤਾ, ਹੁਣ ਭਗਤ ਰਵਿਦਾਸ ਜੀ ਬਾਰੇ ਕਹਿੰਦੇ ਨੇ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਭਗਤ ਰਵਿਦਾਸ ਜੀ ਜਿਹੜੇ ਮਰੇ ਹੋਏ ਪਸ਼ੂਆਂ ਦਾ ਢੋਂਦੇ ਸਨ, ਚੰਮ ਦਾ ਕੰਮ ਕਰਦੇ ਸੀ, ਉਹਨਾਂ ਨੇ ਵੀ ਰੌਂਗ, ਅਟੈਂਸ਼ਨ, ਲੋਭ, ਲਾਲਚ, ਹੰਕਾਰ ਆਦਿਕ ਦੀ ਮਾਇਆ ਨੂੰ ਤਿਆਗ ਦਿੱਤਾ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਤੇ ਗੁਰੂ ਕੀ ਸੰਗਤ ਵਿੱਚੋਂ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ ਜਿਉ ਕੇ ਰੱਬ ਦੇ ਨਾਲ ਸਾਂਝ ਪਾ ਕੇ ਜੀਵਨ ਜਿਉਇਆ, ਤੇ ਉਹ ਵੀ ਦੁਨੀਆ ਤੇ ਭਗਤ ਕਹਿਲਾਏ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਗੋਂ ਚੌਥੇ ਭਗਤ ਸੈਣ ਜੀ ਦੀ ਗੱਲ ਕਰਦੇ ਨੇ। ਕਹਿਣ ਲੱਗੇ, ਸੈਣ ਨਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ। ਭਗਤ ਸੈਣ ਜੀ ਜਿਹੜੇ ਲੋਕਾਂ ਦੀ ਮਾਲਿਸ਼, ਮੁੱਠੀ ਚਾਪੀ ਫ੍ਰੀ ਕਰਦੇ ਸੀ, ਵਲੰਟਰੀ ਸਰਵਿਸ, ਬੁਤਕਾਰੀ ਆ, ਬਿਨਾਂ ਕੁਛ ਲਿਆ। ਉਹ ਘਰ ਘਰ ਦੇ ਵਿੱਚ ਪ੍ਰਸਿੱਧ ਸਨ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿੰਗਨਿਆ। ਹਿਰਦੇ 'ਚ ਰੱਬ ਐਸਾ ਵਸ ਗਿਆ, ਰੱਬ ਤੇ ਐਸਾ ਭਰੋਸਾ ਆ ਗਿਆ, ਦੁਨੀਆ ਦੀ ਪਰਵਾਹ ਕੋਈ ਨਹੀਂ। ਜਦੋਂ ਮਨੁੱਖ ਰੱਬ ਦੇ ਲਈ ਦੁਨੀਆ ਦੀ ਲੋਕ ਲਾਜ, ਦੁਨੀਆ ਦਾ ਪੱਖ ਛੱਡਣ ਨੂੰ ਤਿਆਰ ਹੋ ਗਿਆ, ਸਮਝ ਲਓ ਪ੍ਰੀਤ ਗੂੜੀ ਹੈ, ਤੇ ਉਹ ਵੀ ਭਗਤਾਂ ਵਿੱਚ ਗਿਣੇ ਗਏ। ਹੁਣ ਦੇਖੋ, ਸਾਖੀਆਂ ਕਹਿੰਦੀਆਂ ਨੇ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਪਾਇਆ,
ਭਗਤ ਧੰਨਾ ਜੀ ਕਹਿੰਦੇ ਮੇਰੇ ਅੰਦਰੋਂ ਔਗਣਾਂ ਦਾ ਗੁਣਾਂ ਦਾ ਜਨਮ ਮਰਨ ਮਿਟਿਆ, ਸੰਗਤ ਦੇ ਵਿੱਚੋਂ ਮੈਂ ਰੱਬੀ ਉਪਦੇਸ਼ ਗੁਣਾਂ ਨੂੰ ਪਾਇਆ ਤੇ ਮੈਂ ਭਾਗਾਂ ਵਾਲਾ ਬਣ ਗਿਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਜੋ ਭਗਤ ਨਾਮਦੇਵ ਜੀ ਪ੍ਰਸਿੱਧ ਹੋਏ, ਫਿਰ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਇਹ ਜਿਹੜੇ ਇਹਨਾਂ ਭਗਤ, ਇਹ ਸਾਰੇ ਭਗਤ ਭਗਤ ਰਵਿਦਾਸ ਜੀ ਤੋਂ ਪਹਿਲਾਂ ਹੋਏ ਨੇ। ਤੇ ਜਦੋਂ ਉਹਨਾਂ ਬਾਰੇ ਇਹ ਵੇਦ ਸੁਣ ਕੇ ਜਾਟ ਰੋਠ ਭਗਤੀ ਲਾਗਾ, ਇਹਦਾ ਮਤਲਬ ਭਗਤ ਧੰਨਾ ਜੀ ਜਦੋਂ ਸੰਗਤ ਵਿੱਚ ਜਾਂਦੇ ਸਨ ਤੇ ਸੰਗਤ ਦੇ ਵਿੱਚ ਭਗਤ ਨਾਮਦੇਵ ਜੀ ਦੀਆਂ, ਭਗਤ ਕਬੀਰ ਜੀ ਦੀਆਂ, ਭਗਤ ਰਵਿਦਾਸ ਜੀ, ਭਗਤ ਸੈਣ ਜੀ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸੀ। ਜਿਸ ਤਰ੍ਹਾਂ ਦੀ ਸੰਗਤ ਭਗਤ ਧੰਨਾ ਜੀ ਨੇ ਕੀਤੀ ਨਾ, ਉਸ ਸੰਗਤ ਦੇ ਵਿੱਚ ਰੱਬੀ ਉਪਦੇਸ਼ਾਂ ਦੀ ਗੱਲ ਹੁੰਦੀ ਸੀ, ਧਰਮ ਦੇ ਕਰਮਾਂ ਦੀ ਨਹੀਂ। ਕਈ ਵਾਰੀ ਸੰਗਤ ਵਿੱਚ ਕਰਮਕਾਂਡ ਦੀ ਗੱਲ ਹੋ ਰਹੀ ਹੁੰਦੀ ਹੈ, ਉੱਥੇ ਰੱਬ ਦੇ ਗੁਣਾਂ ਦੀ ਗੱਲ ਹੁੰਦੀ ਸੀ, ਰੱਬ ਦੇ ਉਪਦੇਸ਼ਾਂ ਦੀ ਗੱਲ ਹੁੰਦੀ ਸੀ, ਇਹਨਾਂ ਭਗਤਾਂ ਬਾਰੇ ਦੱਸਿਆ ਜਾਂਦਾ ਸੀ। ਤੇ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲੱਗ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਇਹ ਵਿਧੀ ਸੁਣ ਕੇ ਨਾ ਭਗਤ ਧੰਨਾ ਜੀ ਦੇ ਅੰਦਰ ਇੱਕ ਚਾਉ ਜਾਗਿਆ ਕਿ ਜਿਨ੍ਹਾਂ ਨੂੰ ਲੋਕ ਨੀਵੀਂ ਜਾਤੀ ਦਾ ਕਹਿੰਦੇ ਸੀ, ਜੇ ਉਹ ਰੱਬ ਦੇ ਨਾਲ ਪ੍ਰੀਤ ਨਿਭਾ ਸਕਦੇ ਨੇ ਤੇ ਮੈਂ ਤੇ ਉਸ ਜਾਤੀ ਵਿੱਚ ਹਾਂ ਜਿਹਨੂੰ ਜੱਟ ਕਿਹਾ ਜਾਂਦਾ ਹੈ, ਤੇ ਮੈਂ ਕਿਉਂ ਨਹੀਂ ਜੁੜ ਸਕਦਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਤੇ ਫਿਰ ਭਗਤ ਧੰਨਾ ਜੀ ਵੱਡੇ ਭਾਗਾਂ ਵਾਲੇ ਹੋ ਗਏ ਜਦੋਂ ਰੱਬੀ ਉਪਦੇਸ਼ਾਂ ਬਾਰੇ ਸੁਣਿਆ, ਭਗਤਾਂ ਬਾਰੇ ਸੁਣਿਆ, ਰੱਬੀ ਉਪਦੇਸ਼ਾਂ ਨੂੰ ਕੁਦਰਤ ਦੇ ਵਰਤਾਰਿਆਂ ਵਿੱਚੋਂ ਸਮਝਣ ਲੱਗ ਪਏ, ਉਹਦੇ ਨਾਲ ਜ਼ਿੰਦਗੀ ਜਿਉਂ ਕੇ ਅੰਦਰ ਗੁਣ ਪੈਦਾ ਕੀਤੇ ਤੇ ਵੱਡੇ ਭਾਗਾਂ ਵਾਲੇ ਬਣ ਗਏ। ਇਹ ਹੈ ਗੁਰਮਤਿ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਖਾਈ। ਕੱਲ ਨੂੰ 488 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਕੀ ਸੁਣ ਸਭ